ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। हे ਪ੍ਰਾਨਨਾਥ ਗੋਵਿੰਦੈ ਕਿਰਪਾ ਨਿਧਾਨ ਜਗਤ ਗੁਰੂ। हे ਸੰਸਾਰ ਤਾਪ ਹਰਣੈ ਕਰੁਣਾ ਮੈਂ ਸਭ ਦੁਖ ਹਰੋ। हे ਸਰਣ ਜੋਗ ਦਿਆਲੈ ਦੀਨਾਨਾਥ ਮਇਆ ਕਰੋ। ਸਰੀਰ ਸਵਸਤ ਖੀਨ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਰਹੁ ਰਹੁ ਰੀ ਬਹੁਰੀਆ ਘੂੰਗਟ ਜਿਨ ਕਾਢੈ। ਅੰਤ ਕੀ ਬਾਰ ਲਹੈਗੀ ਨ ਆਡੈ। ਰਹਾਉ ਘੂੰਗਟ ਕਾਢ ਗਈ ਤੇਰੀ ਆਗੈ। ਉਨਕੀ ਗੈਲ ਤੋਏ ਜਿਨ ਲਾਗੈ। ਘੂੰਗਟ ਕਾਢੇ ਕੀ ਇਹ ਬਡਾਈ। ਦਿਨ 10 5 ਬਹੁ ਭਲੇ ਆਈ। ਘੂੰਗਟ ਤੇਰੋ ਤੋ ਪਰ ਸਾਚੈ। ਹਰ ਗੁਣ ਗਾਏ ਕੁਦਹਿ ਹਰ ਨਾਚੈ। ਕਹਿਤ ਕਬੀਰ ਬਹੁ ਤਬ ਜੀਤੈ। ਹਰ ਗੁਣ ਗਾਵਤ ਜਨਮ ਬਤੀਤੈ। ਕਹਿਤ ਕਬੀਰ ਬਹੁ ਤਬ ਜੀਤੈ। ਹਰ ਗੁਣ ਗਾਵਤ ਜਨਮ ਬਤੀਤੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਲੜੀਵਾਰ ਚੱਲ ਰਹੀ ਕਥਾ ਵਿਚਾਰ ਦੇ ਤਹਿਤ ਇਸ ਸਮੇਂ ਭਗਤ ਕਬੀਰ ਸਾਹਿਬ ਜੀ ਦਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 484 ਤੇ ਸੁਭਾਏਮਾਨ ਹੈ, ਅੰਕਿਤ ਹੈ, ਵਿਰਾਜਮਾਨ ਹੈ। ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਸਾਨੂੰ ਉਪਦੇਸ਼ ਕਰ ਰਹੇ ਹਨ ਉਹ ਇਹ ਹੈ ਕਿ ਲੋਕ ਲੱਜਾ ਦੇ ਵਿੱਚ ਲੱਗ ਕੇ ਪਤਾ ਨਹੀਂ ਕਿੰਨੇ ਕੁ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਗਏ ਹਨ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਆਪਣੀ ਜਿੰਦ ਨੂੰ ਸਮਝਾਉਂਦੇ ਨੇ, ਹੇ ਜਿੰਦੇ ਵੇਖ, ਇਸ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਪਿੱਛੇ ਤੂੰ ਲੱਗੀ ਹੋਈ ਹੈ, ਭਾਵ ਜਿਨ੍ਹਾਂ ਵਾਲੀ ਰੋਹ ਰੀਤੀ ਤੂੰ ਜੀਵਨ ਵਿੱਚ ਧਾਰਨ ਕੀਤੀ ਹੋਈ ਹੈ, ਉਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਲੋਕ ਇਸ ਸੰਸਾਰ ਵਿੱਚ ਆਏ ਔਰ ਇਸ ਸੰਸਾਰ ਦੇ ਵਿੱਚੋਂ ਰੋਂਦੇ ਹੋਏ ਹੀ ਚਲੇ ਗਏ, ਜੀਵਨ ਤੋਂ ਲਾਭ ਨਹੀਂ ਲੈ ਸਕੇ। ਇਸ ਕਰਕੇ ਸੁਚੇਤ ਕੀਤਾ ਜਾ ਰਿਹਾ ਹੈ, ਕਿਤੇ ਸਾਡੀ ਇਹ ਆਤਮਾ ਜਾਗ ਜਾਵੇ
ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਜਾਵੇ, ਪਰਮਾਤਮਾ ਦੀ ਭਗਤੀ ਦੇ ਵਿੱਚ ਓਤ-ਪੋਤ ਹੋ ਜਾਵੇ। ਤੇ ਭਗਤ ਕਬੀਰ ਸਾਹਿਬ ਜੀ ਇਹਦੇ ਵਿੱਚ ਬੜਾ ਸੋਹਣਾ ਪ੍ਰਮਾਣ ਵਰਤਦੇ ਨੇ। ਜਿਵੇਂ ਕਿਸੇ ਘਰ ਦੇ ਵਿੱਚ ਨਵੀਂ ਵਿਆਹੀ ਬਹੂ ਆਉਂਦੀ ਹੈ, ਆਪਾਂ ਵੇਖਦੇ ਹਾਂ ਇਸਲਾਮ ਮਤ ਦੇ ਅੰਦਰ ਔਰ ਸਾਡੇ ਇਸ ਮੁਲਕ ਦੇ ਅੰਦਰ ਇਹ ਦੋ ਪਰੰਪਰਾਵਾਂ ਚੱਲੀਆਂ ਕਿ ਇਸਲਾਮ ਮਤ ਦੇ ਅੰਦਰ ਇਸਤਰੀ ਨੂੰ ਬੁਰਕਾ ਪਵਾਇਆ ਜਾਂਦਾ ਹੈ, ਤੇ ਇਸੇ ਤਰ੍ਹਾਂ ਇਸ ਮੁਲਕ ਦੇ ਅੰਦਰ ਵੀ ਘੁੰਡ ਕੱਢਣ ਦਾ ਰਿਵਾਜ ਉਹ ਸ਼ਰਮ ਦਾ, ਹਿਆ ਦਾ ਇੱਕ ਰੂਪਕ ਮੰਨਿਆ ਗਿਆ। ਪਰ ਸਤਿਗੁਰੂ ਜੀ ਬਾਣੀ ਦੇ ਵਿੱਚ ਕਹਿੰਦੇ ਨੇ ਭਾਈ ਕਿ ਜੇਕਰ ਸ਼ਰਮ ਕਰਨੀ ਹੈ ਤਾਂ ਮਾੜੇ ਕਰਮਾਂ ਤੋਂ ਕਰਨੀ ਚਾਹੀਦੀ ਹੈ। ਮੂੰਹ ਨੂੰ ਢੱਕਣ ਦੇ ਨਾਲ ਕੋਈ ਜੀਵ ਜਿਹੜਾ ਹੈ ਉਹ ਪੁੰਨੀ ਨਹੀਂ ਹੋ ਜਾਂਦਾ, ਉਹ ਧਾਰਮਿਕ ਨਹੀਂ ਹੋ ਜਾਂਦਾ, ਜਾਂ ਉਹ ਲੋਕ ਲੱਜਾ ਵਾਲਾ ਜਾਂ ਅਧਿਆਤਮਿਕ ਤੌਰ 'ਤੇ ਉਹ ਲੱਜਾ ਵਾਲਾ ਨਹੀਂ ਹੋ ਜਾਂਦਾ। ਜੇਕਰ ਸ਼ਰਮ ਹਿਆ ਕਰਨੀ ਹੈ ਤਾਂ ਉਹ ਮਾੜੇ ਕਰਮਾਂ ਤੋਂ ਕਰੋ, ਸ਼ੁਭ ਕਰਮਾਂ ਨੂੰ ਧਾਰਨ ਕਰੋ। ਪਰ ਇੱਕ ਪਾਸੇ ਮਨੁੱਖ ਬਾਹਰੋਂ ਤਾਂ ਬੜੀ ਲੋਕ ਲੱਜਾ ਕਰੇ, ਪਰ ਅੰਦਰ ਔਗਣਾਂ ਨਾਲ ਭਰਿਆ ਹੋਵੇ, ਅੰਦਰ ਬੇਹਿਆਈ ਹੋਵੇ, ਤੇ ਉਹਦੀ ਉਹ ਕੀਤੀ ਹੋਈ ਲੋਕ ਲੱਜਾ ਕਿਸੇ ਕੰਮ ਨਹੀਂ ਹੈ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ, ਆਸਾ ਰਹੋ ਰਹੋ ਰੀ ਬਹੋਰੀਆ, ਘੂੰਘਟ ਜਿਨ ਕਾਢੈ ਜਿਸ ਵੀ ਜਿੰਦ ਨੇ, ਜਿਸ ਵੀ ਜੀਵਾਤਮਾ ਨੇ ਘੂੰਘਟ ਕੱਢ ਲਿਆ, ਭਾਵ ਪਰਦਾ ਕਰ ਲਿਆ ਹੈ ਆਪਣੇ ਮਾਲਕ ਵੱਲੋਂ। ਹਾਂ, ਪਰਦਾ ਕਰਨਾ ਸੀ ਲੋਕਾਂ ਵੱਲੋਂ, ਪਰ ਇਹਨੇ ਆਪਣੇ ਮਾਲਕ ਵੱਲੋਂ ਕਰ ਲਿਆ। ਜਿਹਨੇ ਵਾਹਿਗੁਰੂ ਵੱਲੋਂ ਪਰਦਾ ਕਰ ਲਿਆ, ਭਾਵ ਵਾਹਿਗੁਰੂ ਵੱਲ ਮੁੱਖ ਨਹੀਂ ਕੀਤਾ, ਤੇ ਲੋਕ ਲੱਜਾ ਦੇ ਵਿੱਚ ਉਹ ਜੀਵਨ ਬਤੀਤ ਕਰ ਰਿਹਾ ਹੈ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਰਹੋ ਰਹੋ ਰੀ ਬਹੋਰੀਆ, ਠਹਿਰ ਠਹਿਰ ਹੈ ਜਿੰਦੇ, ਜੋ ਤੂੰ ਵਾਹਿਗੁਰੂ ਤੋਂ ਘੁੰਡ ਕੱਢਿਆ ਹੋਇਆ ਹੈ। ਘੁੰਡ ਕੱਢਣ ਦਾ ਭਾਵ ਹੈ ਪਰਦਾ ਕਰ ਲੈਣਾ। ਗੁਰਮਤਿ ਦੇ ਵਿੱਚ ਇਹਦਾ ਕੋਈ ਵਿਧਾਨ ਨਹੀਂ ਹੈ। ਆਪਾਂ ਵੇਖਦੇ ਹਾਂ ਸਾਡੇ ਵਿੱਚ ਵੀ ਕਈ ਬੀਬੀਆਂ ਅੰਮ੍ਰਿਤ ਛਕ ਕੇ ਵੀ ਉਹ ਆਪਣੇ ਜੇਠ ਤੋਂ, ਸਹੁਰੇ ਤੋਂ ਇਤਿਆਦਿ ਘੁੰਡ ਕੱਢਦੀਆਂ ਨੇ। ਗੁਰੂ ਮਹਾਰਾਜ ਜੀ ਨੇ ਇਹ ਵਰਜਿਤ ਕੀਤਾ ਹੈ ਕਿ ਭਾਈ ਜੇਕਰ ਤੁਸੀਂ ਵਾਕਿਆ ਹੀ ਸ਼ਰਮ ਹਿਆ ਕਰਨੀ ਹੈ ਤਾਂ ਉਹਨਾਂ ਦੇ ਵੱਡੇ ਹੋਣ ਦੀ ਕਰੋ, ਉਹਨਾਂ ਦੇ ਸਾਹਮਣੇ ਉੱਚਾ ਬੋਲਣਾ ਨਹੀਂ, ਉਹ ਸ਼ੁਭ ਗੁਣ ਧਾਰਨ ਕਰੋ। ਪਰ ਇੱਕ ਪਾਸੇ ਘੁੰਡ ਕੱਢਿਆ ਹੋਵੇ, ਦੂਜੇ ਪਾਸੇ ਅੰਦਰੋਂ ਬੋਲੀ ਜਾਵੇ, ਮੂੰਹ ਦੇ ਵਿੱਚੋਂ ਆਲ ਬਤਾਲ ਜੋ ਆਉਂਦਾ ਬੋਲੀ ਜਾਵੇ ਸਹੁਰੇ ਨੂੰ, ਜੇਠ ਨੂੰ, ਜਾਂ ਵੱਡਾ ਜਿਹੜਾ ਵੀ ਹੈ, ਤੇ ਉਹ ਘੂੰਘਟ ਕੱਢਿਆ ਹੋਇਆ ਕਿਹੜੇ ਕੰਮ ਹੈ। ਗੁਰਮਤਿ ਦੇ ਵਿੱਚ ਇਹਦਾ ਵਿਧਾਨ ਨਹੀਂ। ਗੁਰਮਤਿ ਵਿੱਚ ਮਹਾਰਾਜ ਕਹਿੰਦੇ ਭਾਈ ਮਾੜੇ ਕਰਮਾਂ ਤੋਂ ਸ਼ਰਮ ਕਰ, ਲੱਜਾ ਕਰ। ਜਿਸ ਸਮੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਨੇ ਖਾਸ ਗੱਲ ਕਰਕੇ ਇਸ ਗੱਲ ਦਾ ਮਹਾਰਾਜ ਜੀ ਨੇ ਖੰਡਨ ਕੀਤਾ। ਅਕਬਰ ਬਾਦਸ਼ਾਹ ਗੁਰੂ ਮਹਾਰਾਜ ਜੀ ਨੂੰ ਮਿਲਣ ਵਾਸਤੇ ਆ ਰਿਹਾ ਸੀ, ਤੇ ਉਹਨੇ ਜਦੋਂ ਨੇੜੇ ਆ ਗਿਆ, ਗੋਬਿੰਦਵਾਲ ਸਾਹਿਬ ਦੇ ਬਾਹਰ ਆ ਕੇ ਡੇਰਾ ਕੀਤਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਆ ਕੇ ਦਰਸ਼ਨ ਕਰਨੇ ਸੀ। ਪੁੱਛਿਆ ਮਰਿਆਦਾ ਕੀ ਹੈ, ਕਿਉਂਕਿ ਸਿਆਣੇ ਪੁਰਸ਼ ਦੀ ਇਹ ਸਮਝਦਾਰੀ ਹੈ, ਉਹਨੂੰ ਇਹ ਸਮੱਤ ਹੁੰਦੀ ਹੈ ਕਿ ਉਹ ਜਦੋਂ ਕਿਤੇ ਵੀ ਜਾਂਦਾ ਤਾਂ ਉੱਥੋਂ ਪਹਿਲਾਂ ਇਹ ਜਾਣਕਾਰੀ ਲੈਂਦਾ ਵੀ ਜਿਸ ਨੂੰ ਮੈਂ ਮਿਲਣ ਜਾ ਰਿਹਾ ਇਹਦਾ ਰਹੁ ਰੀਤੀ, ਇਹਦੀ ਮਰਿਆਦਾ, ਇਹਦਾ ਜੀਵਨ ਕੀ ਹੈ। ਤਾਂ ਇਸੇ ਤਰ੍ਹਾਂ ਅਕਬਰ ਬਾਦਸ਼ਾਹ ਪੁੱਛਦਾ ਵੀ ਗੁਰੂ ਦਰਬਾਰ ਦੀ ਮਰਿਆਦਾ ਕੀ ਹੈ, ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਖਾਸ ਕਰਕੇ ਇਹ ਮਰਿਆਦਾ ਲਾਗੂ ਕੀਤੀ ਕਿ ਜਿਹਨੇ ਗੁਰੂ ਦਰਬਾਰ ਵਿੱਚ ਆਉਣਾ, ਸਾਡੇ ਦਰਸ਼ਨ ਕਰਨੇ ਨੇ, ਉਹ ਪਹਿਲਾਂ
ਸੰਗਤ ਵਿੱਚ ਬੈਠ ਕੇ, ਪੰਗਤ ਵਿੱਚ ਬੈਠ ਕੇ ਲੰਗਰ ਛਕੇ, ਕਿਉਂਕਿ ਉਸ ਸਮੇਂ ਛੂਆ ਛਾਤ ਬੜਾ ਮੰਨਿਆ ਜਾਂਦਾ ਸੀ। ਅਤੇ ਮਹਾਰਾਜ ਜੀ ਨੇ ਉਹਦਾ ਪੂਰਨ ਤੌਰ 'ਤੇ, ਮੁਕੰਮਲ ਤੌਰ 'ਤੇ ਬਾਈਕਾਟ ਕੀਤਾ, ਉਹਦਾ ਖੰਡਨ ਕੀਤਾ ਅਤੇ ਇਹ ਮਰਿਆਦਾ ਬਣਾ ਤੀ ਵੀ ਜਿਹੜਾ ਸਾਨੂੰ ਪਿਆਰ ਕਰਦਾ, ਸਾਡਾ ਸੇਵਕ ਸਿੱਖ, ਪਹਿਲੀ ਗੱਲ ਹੈ ਉਹ ਆਵੇ, ਆ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕੇ, ਫਿਰ ਸਾਡੀ ਸੰਗਤ ਵਿੱਚ ਆਵੇ, ਦਰਸ਼ਨ ਕਰੇ, ਫਿਰ ਅਸੀਂ ਉਹਦੇ ਨਾਲ ਉਹਨੂੰ ਦਰਸ਼ਨ ਦੇਵਾਂਗੇ, ਉਹਦੇ ਨਾਲ ਬਚਨ ਕਰਾਂਗੇ। ਅਤੇ ਜਦੋਂ ਅਕਬਰ ਬਾਦਸ਼ਾਹ ਮਿਲਣ ਵਾਸਤੇ ਆਇਆ, ਇਹਨੇ ਆਪਣਾ ਅਹਿਲਕਾਰ ਭੇਜਿਆ ਮਹਾਰਾਜ ਜੀ ਦੇ ਕੋਲ, ਅਤੇ ਗੁਰੂ ਪਾਤਸ਼ਾਹ ਜੀ ਨੇ ਫਿਰ ਸਾਰੀ ਉਹ ਦੱਸੀ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ, ਦੂਜਾ ਜਿਹੜੀਆਂ ਉਹਦੇ ਨਾਲ ਇਸਤਰੀਆਂ ਹਨ, ਉਹਦੀਆਂ ਰਾਣੀਆਂ ਹਨ, ਉਹਨਾਂ ਨੂੰ ਵੀ ਹਦਾਇਤ ਹੈ ਕਿ ਉਹ, ਕਿਉਂਕਿ ਇਸਲਾਮ ਮਤ ਵਿੱਚ ਵੀ ਘੁੰਡ ਕੱਢ ਕੇ ਜਿਹੜਾ ਬੁਰਕਾ ਪਾ ਕੇ ਰੱਖਦੀਆਂ ਨੇ, ਅਤੇ ਕਹਿੰਦੇ ਵੀ ਉਹ ਮਹਾਰਾਜ ਕਹਿੰਦੇ ਵੀ ਗੁਰੂ ਪਿਤਾ ਸਮਾਨ ਹੁੰਦਾ ਹੈ। ਇੱਕ ਰਾਜਾ, ਇੱਕ ਸਾਡਾ ਜਨਮ ਦੇਣ ਵਾਲਾ ਪਿਤਾ, ਇੱਕ ਗੁਰੂ ਔਰ ਇੱਕ ਜਿਹੜਾ ਸਹੁਰਾ ਹੈ, ਇਹ ਸਾਡੇ ਪਿਤਾ ਹਨ। ਰਾਜਾ ਵੀ ਪਿਤਾ ਦੀ ਥਾਂ 'ਤੇ ਹੁੰਦਾ ਹੈ, ਪਰ ਹੁਣ ਵਾਲੇ ਰਾਜੇ ਨਹੀਂ ਹਨ, ਉਹ ਰਾਜਿਆਂ ਦੀ ਗੱਲ ਹੋਰ ਸੀ। ਜਿਹੜਾ ਗੁਰੂ ਹੁੰਦਾ ਹੈ ਉਹ ਵੀ ਪਿਤਾ ਦੇ ਥਾਂ 'ਤੇ ਹੁੰਦਾ ਹੈ, ਔਰ ਇਸੇ ਤਰ੍ਹਾਂ ਜਿਹੜਾ ਸਹੁਰਾ ਹੈ, ਸੱਸ ਹੈ, ਉਹ ਵੀ ਮਾਤਾ ਪਿਤਾ ਦੇ ਥਾਂ 'ਤੇ ਹੁੰਦੇ ਨੇ। ਜਿਵੇਂ ਆਪਣੇ ਮਾਤਾ ਪਿਤਾ ਦੀ ਆਪਾਂ ਲੱਜਾ ਕਰਦੇ ਹਾਂ, ਉੱਥੇ ਵੀ ਲੱਜਾ ਕਰਨੀ ਚਾਹੀਦੀ। ਰਹੋ ਵਿਚਾਰ ਤਾਂ ਮਹਾਰਾਜ ਕਹਿੰਦੇ ਵੀ ਸਾਡੇ ਦਰਸ਼ਨ ਕਰਨੇ, ਉਹ ਸਾਡੀਆਂ ਪੁੱਤਰੀਆਂ ਬੱਚੀਆਂ ਦੀ ਤਰ੍ਹਾਂ ਹਨ, ਅਤੇ ਉਹ ਕਿਸੇ ਤਰ੍ਹਾਂ ਦਾ ਪਿਓ ਤੋਂ ਕਦੇ ਘੁੰਡ ਨਹੀਂ ਕੱਢਿਆ ਜਾਂਦਾ। ਅਤੇ ਉਹ ਆਈਆਂ, ਉਹਨਾਂ ਵਿੱਚੋਂ ਕਹਿੰਦੇ ਹਨ ਕਿ ਇੱਕ ਰਾਣੀ ਨੇ ਘੁੰਡ ਕੱਢਿਆ ਹੋਇਆ ਸੀ। ਉਹ ਫਿਰ ਇਤਿਹਾਸ ਵਿੱਚ ਕਥਾ ਆਉਂਦੀ ਕਿ ਗੁਰੂ ਮਹਾਰਾਜ ਕਹਿੰਦੇ ਇਹਨੂੰ ਕਮਲੀ ਨੂੰ ਕੀ ਹੋ ਗਿਆ ਹੈ, ਉਹ ਕਮਲੀ ਹੋ ਗਈ। ਬਾਅਦ ਵਿੱਚ ਫਿਰ ਉਹਦਾ ਭਾਈ ਸਚਨ ਸੱਚ ਦੇ ਨਾਲ ਵਿਆਹ ਕੀਤਾ ਸੀ। ਜਦੋਂ ਉਹ ਕਮਲੀ ਹੋ ਕੇ ਜੰਗਲ ਵਿੱਚ ਭੱਜ ਜਾਂਦੀ ਹੈ, ਕੱਪੜੇ ਪਾੜ ਲੈਂਦੀ ਹੈ, ਕਾਫੀ ਦਿਨ ਸਮਾਂ ਲੰਘ ਗਿਆ। ਭਾਈ ਸਚਨ ਸੱਚ ਜਿਹੜਾ ਗੁਰੂ ਕੇ ਲੰਗਰ ਵਾਸਤੇ ਬਾਲਣ ਲੈ ਕੇ ਆਉਂਦਾ ਸੀ, ਜਦੋਂ ਗਿਆ ਇਹਦੇ ਗਲ ਪੈ ਗਈ। ਇਹਨੇ ਆਖਿਆ ਕੋਈ ਚੜੇਲ ਹੈ, ਕੋਈ ਡੈਣ ਹੈ। ਆ ਕੇ ਮਹਾਰਾਜ ਜੀ ਨੂੰ ਦੱਸਿਆ। ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਚੜੇਲ ਨਹੀਂ, ਉਹ ਰਾਣੀ ਜਿਹੜੀ ਕਮਲੀ ਹੋ ਗਈ ਸੀ ਉਹੀ ਹੈ। ਆਪਣੀ ਖੜਾਮ ਦਿੱਤੀ, ਕਹਿੰਦੇ ਜਾਓ ਉਹਦੇ ਸਿਰ 'ਤੇ ਲਾਓ, ਜਦੋਂ ਆਏਗੀ ਤੁਹਾਡੇ ਮਾਰਨ ਵਾਸਤੇ ਖੜਾਮ ਲਾਣੀ, ਉਹ ਠੀਕ ਹੋ ਜਾਵੇਗੀ। ਉਹ ਜਦੋਂ ਖੜਾਮ ਉਹਦੇ ਲਾਈ, ਉਹ ਠੀਕ ਹੋ ਗਈ। ਉਹਦੇ ਨਾਲ ਹੀ ਫਿਰ ਭਾਈ ਸਚਨ ਸੱਚ ਦਾ ਵਿਆਹ ਕੀਤਾ। ਤੋ ਮਹਾਰਾਜ ਨੇ ਪੂਰਨ ਤੌਰ 'ਤੇ ਐਸੇ ਕਰਮ ਕਾਂਡਾਂ ਦਾ ਖੰਡਨ ਕਰ ਦਿੱਤਾ। ਇਹਦਾ ਇੱਕ ਇਹ ਵੀ ਭਾਵ ਸੀ, ਇਸਤਰੀ ਨੂੰ ਬਰਾਬਰਤਾ ਦਾ ਦਰਜਾ ਦੇਣਾ, ਕਿਉਂਕਿ ਮਨੂ ਸਿਮਰਤੀ ਇਤਿਆਦਿਕ ਹੋਰ ਗ੍ਰੰਥਾਂ ਵਿੱਚ ਜਿਵੇਂ ਤੁਲਸੀਦਾਸ ਇਸਤਰੀ ਨੂੰ ਪੈਰ ਦੀ ਜੁੱਤੀ ਲਿਖਦਾ ਹੈ ਕਿ ਉਹਦੀ ਥਾਂ ਉੱਥੇ ਹੈ ਜਿੱਥੇ ਪੈਰ ਦੀ ਜੁੱਤੀ ਪਈ ਹੁੰਦੀ ਹੈ। ਇਹ ਗੁਰੂ ਮਹਾਰਾਜ ਜੀ ਨੇ ਨਾ ਸਾਰੀਆਂ ਚੀਜ਼ਾਂ ਦਾ ਖੰਡਨ ਕੀਤਾ ਅਤੇ ਬਰਾਬਰਤਾ ਦਾ ਦਰਜਾ ਦਿੱਤਾ ਵੀ ਜਿਵੇਂ ਪੁਰਸ਼ ਵੀ ਆਪਣੇ ਮੂੰਹ 'ਤੇ ਕੋਈ ਪਰਦਾ ਨਹੀਂ ਕਰਦਾ, ਇਸੇ ਤਰ੍ਹਾਂ ਇਸਤਰੀ ਵੀ, ਉਹਨੂੰ ਵੀ ਪੂਰਨ ਹੱਕ ਹੈ ਆਪਣਾ ਜੀਵਨ ਜੀਵਣ ਦਾ, ਸੰਸਾਰ ਨੂੰ ਵੇਖਣ ਦਾ, ਸੰਸਾਰ ਦੀਆਂ ਚੀਜ਼ਾਂ ਨੂੰ ਵੇਖਣ ਦਾ। ਉਹ ਕਿਉਂ ਆਪਣਾ ਮੂੰਹ ਪਰਦਾ ਜਿਹੜਾ ਕੱਜ ਕੇ ਬੈਠੀ ਰਹੇ, ਉਹ ਕਿਉਂ ਆਪਣਾ ਮੂੰਹ ਢੱਕ ਕੇ ਰੱਖੇ। ਜੇਕਰ ਲੱਜਾ ਸ਼ਰਮ ਆ ਕਰਨੀ ਹੈ, ਉਹ ਮਾੜੇ ਕਰਮਾਂ ਤੋਂ ਕਰਨੀ ਹੈ। ਆਪਾਂ ਵੇਖਦੇ ਹਾਂ ਜਿਨ੍ਹਾਂ ਨੇ ਕਰਨੀ ਹੈ ਨਾ ਲੱਜਾ ਸ਼ਰਮ, ਉਹ ਭੈਣਾਂ ਬੀਬੀਆਂ ਕਿੱਥੇ ਵੀ ਹੋਣ, ਭਾਵੇਂ ਬੈਂਕਾਂ ਵਿੱਚ ਜੋਬ ਕਰਦੀਆਂ ਨੇ, ਭਾਵੇਂ ਕਿਤੇ ਵੀ ਜੋਬ ਕਰਦੀਆਂ ਨੇ, ਉਹ ਆਪਣੇ ਜੀਵਨ ਵਿੱਚ ਮੁਕੰਮਲ ਹਨ। ਪਰ ਜਿਨ੍ਹਾਂ ਨੇ ਸ਼ਰਮ ਨਹੀਂ ਕਰਨੀ, ਉਹ ਘੁੰਡ ਕੱਢ ਕੇ ਵੀ, ਭਾਵ ਪੂਰੇ ਕੱਪੜੇ ਪਾ ਕੇ ਵੀ, ਮੂੰਹ ਢੱਕ ਕੇ ਵੀ ਜਿਹੜਾ ਹੈ ਉਹ ਬੇਗੈਰਤ ਵਾਲੇ ਕਰਮ ਕਰਦੀਆਂ ਹਨ। ਬਹੁਤ ਮਾੜੇ ਕਰਮ, ਜੀਵਨ ਤੋਂ ਡਿੱਗੇ ਹੋਏ ਕਰਮ ਕਰਦੀਆਂ ਹਨ। ਅਤੇ ਜਿਨ੍ਹਾਂ ਦੇ ਵਿੱਚ ਦੈਵੀ ਗੁਣ ਸ਼ੁਭ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰਮਤ ਦੇ ਅਨੁਸਾਰ, ਉਹ ਭਾਵੇਂ ਕਿੱਥੇ ਵੀ ਕੋਈ ਜੋਬ ਕਰਦੀ ਭੈਣ, ਕੋਈ ਟੀਚਰ ਹੈ, ਕੋਈ ਕਿਤੇ ਹੈ, ਉਹ ਆਪਣੇ ਜੀਵਨ ਨੂੰ ਪੂਰਨ ਤੌਰ 'ਤੇ ਸਹੀ ਤਰੀਕੇ ਨਾਲ ਜੀਵਦੀਆਂ ਹਨ। ਤੋ ਗੁਰੂ ਮਹਾਰਾਜ ਜੀ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ। ਘੁੰਡ ਕੱਢਣਾ ਭਾਵ ਹੈ ਪਰਦਾ ਕਰ ਲੈਣਾ। ਪਰਦਾ ਕਰ ਲੈਣਾ ਭਾਵ ਪਿੱਠ ਕਰ ਲੈਣੀ। ਜੀਵ ਨੇ ਰੱਬ ਵਾਲੇ ਪਾਸੇ ਘੁੰਡ ਕੀਤਾ ਹੋਇਆ ਹੈ।
ਰੱਬ ਸਾਡਾ ਮਾਲਕ ਹੈ, ਉਹਦੇ ਤੋਂ ਆਪਾਂ ਪਰਦਾ ਕਰੀ ਬੈਠੇ ਹਾਂ। ਮਹਾਰਾਜ ਕਹਿੰਦੇ ਠਹਿਰ ਠਹਿਰ ਹੇ ਵੋਟੀਏ ਹੇ ਜਿੰਦੇ, ਕਿਉਂਕਿ ਗੁਰਬਾਣੀ ਵਿੱਚ ਜੀਵ ਆਤਮਾ ਨੂੰ, ਸਾਡੀ ਜਿੰਦ ਨੂੰ ਵੋਟੀ ਆਖਿਆ ਹੈ। ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਨਾਏ। ਜੇਕਰ ਨਾਮ ਨਾ ਜਪਿਆ ਤਾਂ ਕਾਲ ਨੇ ਇਹਨੂੰ ਵਿਆਹ ਕੇ ਲੈ ਜਾਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੁਣ ਸ਼ੁਭ ਗੁਣਾਂ ਨੂੰ ਧਾਰਨ ਕਰ ਲੈ, ਜੀਵਨ ਵਿੱਚ ਭਗਤੀ ਕਰ ਲੈ। ਤੋ ਪਾਤਸ਼ਾਹ ਕਹਿੰਦੇ ਭਗਤ ਕਬੀਰ ਸਾਹਿਬ ਜੀ, ਰਹੋ ਰਹੋ ਰੀ ਬੋਰੀਆ ਘੂੰਗਟ ਜਿਨ ਕਾਢੈ। ਜਿਸ ਵੀ ਜੀਵ ਆਤਮਾ ਨੇ ਰੱਬ ਵੱਲੋਂ ਘੁੰਡ ਕੱਢਿਆ ਹੋਇਆ ਹੈ, ਠਹਿਰ ਠਹਿਰ ਹੇ ਵੋਟੀਏ ਹੇ ਜਿੰਦੇ, ਅੰਤ ਕੀ ਵਾਰ ਲਹੇਗੀ ਨਾ ਆਡੈ। ਇਹ ਜਿਹੜਾ ਤੂੰ ਘੁੰਡ ਕੀਤਾ ਹੋਇਆ ਹੈ, ਇਹਦਾ ਤੈਨੂੰ ਇੱਕ ਪੈਸੇ ਦਾ ਵੀ ਲਾਭ ਨਹੀਂ ਹੋਣਾ। ਜਿਹੜਾ ਤੂੰ ਰੱਬ ਵੱਲ ਪਿੱਠ ਕੀਤੀ, ਦੁਨੀਆ ਵਾਲੇ ਪਾਸੇ ਮੂੰਹ ਕੀਤਾ ਹੋਇਆ ਹੈ, ਸੋਚਦੀ ਹੈ ਵੀ ਦੁਨੀਆ ਦੇ ਕੰਮ ਕਰਕੇ ਤੂੰ ਬੜਾ ਕੁਝ ਕਰ ਲਿਆ, ਪਰ ਇਹਦਾ ਤੈਨੂੰ ਇੱਕ ਅੱਧੀ ਦਮੜੀ ਜਿੰਨਾ ਵੀ ਲਾਭ ਨਹੀਂ ਹੋਣਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਘੂੰਗਟ ਕਾਢ ਗਈ ਤੇਰੀ ਆਗੈ, ਉਨਕੀ ਗੈਲ ਤੋਏ ਜਿਨ ਲਾਗੈ। ਤੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕਿ ਜੀਵ ਆਤਮਾ ਇੱਥੋਂ ਘੁੰਡ ਕੱਢ ਕੇ ਚਲੀਆਂ ਗਈਆਂ। ਭਾਵ ਵਾਹਿਗੁਰੂ ਵੱਲ ਪਿੱਠ ਕੀਤੀ ਰੱਖੀ, ਵਾਹਿਗੁਰੂ ਵੱਲ ਆਪਣਾ ਮੁਖ ਨਹੀਂ ਕੀਤਾ। ਘੂੰਗਟ ਕਾਢ ਗਈ ਤੇਰੀ ਆਗੈ। ਤੇਰੇ ਵਰਗੀਆਂ ਹੋਰ ਅੱਗੇ ਪਤਾ ਨਹੀਂ ਕਿੰਨੀਆਂ ਕੁ, ਤੇਰੇ ਤਰ੍ਹਾਂ ਕਿੰਨੇ ਕੁ ਜੀਵ ਇੱਥੋਂ ਚਲੇ ਗਏ। ਜਿਵੇਂ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ ਫਰੀਦਾ। ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਜਵਾਨੀ ਜਾਣ ਦਾ ਡਰ ਨਹੀਂ ਹੈ, ਵਡੇਪਾ ਆ ਰਿਹਾ ਕੋਈ ਗੱਲ ਨਹੀਂ, ਡਰਨ ਦੀ ਲੋੜ ਨਹੀਂ। ਪਰ ਜੇਕਰ ਬੰਦਗੀ ਹੋ ਰਹੀ ਹੈ, ਨਾਮ ਜਪਿਆ ਜਾ ਰਿਹਾ ਹੈ, ਅਤੇ ਜੇ ਬੰਦਗੀ ਨਹੀਂ ਹੋ ਰਹੀ, ਜਵਾਨੀ ਜਾ ਰਹੀ ਹੈ, ਫਿਰ ਸੋਚ ਕਰਨੀ ਚਾਹੀਦੀ ਹੈ ਵੀ ਇਹ ਸਮਾਂ ਲੰਘਦਾ ਜਾ ਰਿਹਾ ਹੈ। ਬਾਬਾ ਫਰੀਦ ਜੀ ਕਹਿੰਦੇ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਮੇਰੀ ਰੱਬ ਨਾਲੋਂ ਪ੍ਰੀਤ ਨਾ ਟੁੱਟੇ। ਬੜੇ ਬੜੇ ਬਜ਼ੁਰਗ ਨੇ ਵੇਖੇ ਨੇ, ਉਹ 80-80 90-90 ਸਾਲ ਦੇ ਹੋ ਗਏ ਨੇ, ਫਿਰ ਵੀ ਉਹਨਾਂ ਦਾ ਸਹਿਜ ਪਾਠ ਚੱਲਦਾ ਹੈ, ਉਹ ਬਾਣੀ ਪੜ੍ਹਦੇ ਨੇ, ਨਿਤਨੇਮ ਕਰਦੇ ਨੇ। ਇੱਥੇ ਜਵਾਨ ਬੰਦਾ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈ। ਕਿਉਂ? ਉਹਨਾਂ ਦਾ ਉਹ ਅਭਿਆਸ ਚੱਲ ਰਿਹਾ, ਕਿਉਂਕਿ ਜਵਾਨੀ ਵਿੱਚ ਵੀ ਉਹਨਾਂ ਨੇ ਉਹ ਅਭਿਆਸ ਕੀਤਾ ਹੈ, ਉਹ ਅਭਿਆਸ ਚੱਲਿਆ ਆ ਰਿਹਾ ਉਹਨਾਂ ਦਾ। ਤੁਸੀਂ ਵੇਖੋ ਜਿਹੜੇ ਪੁਰਾਣੇ ਬਜ਼ੁਰਗ ਨੇ ਨਾ, ਜੇ ਵੀ ਪਿੰਡਾਂ ਦੇ ਵਿੱਚ ਖਾਸ ਕਰਕੇ ਜਾਂ ਸ਼ਹਿਰਾਂ ਵਿੱਚ ਵੀ ਕਈ ਵੇਖਣ ਨੂੰ ਮਿਲ ਜਾਂਦੇ ਨੇ ਕਿ ਉਹ ਹੌਲੀ ਹੌਲੀ ਤੁਰੇ ਰਹਿੰਦੇ ਨੇ, ਕਿਸੇ ਨਾ ਕਿਸੇ ਕੰਮ ਨੂੰ ਲੱਗੇ ਰਹਿੰਦੇ ਨੇ, ਸਰੀਰ ਬਿਲਕੁਲ ਠੀਕ, ਤੁਰੇ ਫਿਰਦੇ ਨੇ। ਇੱਥੇ ਜਿਹੜਾ 50 ਸਾਲ ਦਾ ਉਹ ਮੰਜੇ 'ਤੇ ਬੈਠਾ, ਉਹ ਕਹਿੰਦਾ ਮੇਰੇ ਤੋਂ ਨਹੀਂ ਹੁਣ ਕੁਝ ਹੁੰਦਾ। ਕਾਰਨ ਸਰੀਰ ਨੂੰ ਆਲਸ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ, ਕੰਮ ਕਰਨਾ ਛੱਡ ਦਿੱਤਾ, ਅਤੇ ਸਮੇਂ ਤੋਂ ਪਹਿਲਾਂ ਹੀ ਵਡੇਪਾ ਆ ਗਿਆ। ਫਿਰ ਜਿਹੜਾ ਬੰਦਾ ਲੱਗਾ ਰਹਿੰਦਾ ਕੋਈ ਅਭਿਆਸ, ਉਹ ਬਜ਼ੁਰਗ ਕਿਉਂ ਲੱਗੇ ਰਹਿੰਦੇ ਨੇ ਕੰਮ? ਕਿਉਂਕਿ ਉਹਨਾਂ ਨੇ ਜਵਾਨੀ ਵਿੱਚ ਬੜਾ ਕੰਮ ਕੀਤਾ ਹੈ। ਉਹ ਸਮਾਂ ਐਸਾ ਸੀ, ਸਾਰੇ ਕੰਮ ਹੱਥੀਂ ਹੁੰਦੇ ਸੀ, ਉਹਨਾਂ ਤੋਂ ਹੁਣ ਵਿਹਲੇ ਬਹਿ ਨਹੀਂ ਹੁੰਦਾ। ਉਹਨਾਂ ਨੂੰ ਕਹੋ ਨਾ ਤੁਸੀਂ ਬਹਿ ਜਾਓ ਟਿਕ ਕੇ, ਉਹ ਬਹਿੰਦੇ ਨਹੀਂ। ਆਪਾਂ ਨੂੰ ਕੋਈ ਕੰਮ ਵਾਸਤੇ ਕਹੇ ਨਾ, ਆਪਣਾ ਇਹ ਹਾਲ ਹੈ ਵੀ ਆਪਾਂ ਕਹਿੰਦੇ ਹਾਂ ਕੋਈ ਸਾਨੂੰ ਕੰਮ ਵਾਸਤੇ ਕਹੇ ਕੋਈ ਨਾ। ਕਿਉਂ? ਅਸੀਂ ਜੀਵਨ ਕਮਾਇਆ ਨਹੀਂ ਹੈ। ਜੇ ਆਪਾਂ ਜਵਾਨੀ ਪੈਰ ਵਿੱਚ ਜਿੰਨੀ ਜ਼ਿਆਦਾ ਮਿਹਨਤ ਕਰ ਲਾਂਗੇ, ਇਹ ਵਡੇਪੇ ਵਿੱਚ ਸਾਡੇ ਕੰਮ ਆਵੇਗੀ। ਸਰੀਰ ਓਨਾ ਰਿਸ਼ਟ ਪੁਸ਼ਟ ਰਹੇਗਾ, ਅਭਿਆਸ ਚੱਲਦਾ ਰਹੇਗਾ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਦੇਖੋ ਇੱਥੋਂ ਪਤਾ ਨਹੀਂ ਕਿੰਨੀ ਕੁ ਦੁਨੀਆ ਚਲੇਗੀ। ਬਾਬਾ ਫਰੀਦ ਜੀ ਕਹਿੰਦੇ ਜਵਾਨੀ ਜਾਂਦੀ ਜਾਵੇ ਡਰ ਨਹੀਂ ਹੈ, ਪਰ ਰੱਬ ਨਾਲੋਂ ਪ੍ਰੀਤ ਨਾ ਟੁੱਟੇ। ਕਿਉਂਕਿ ਜੇ ਰੱਬ ਨਾਲੋਂ ਟੁੱਟ ਗਈ ਤਾਂ ਪਤਾ ਨਹੀਂ ਕਿੰਨੀਆਂ ਕੁ ਜਵਾਨੀਆਂ ਖਤਮ ਹੋ ਗਈਆਂ, ਪਰ ਰੱਬ ਨਾਲ ਪ੍ਰੀਤ ਨਹੀਂ ਪਈ ਸੀ। ਜਿਨ੍ਹਾਂ ਉਹਨਾਂ ਦੀ ਜਵਾਨੀ ਵੀ ਵਿਅਰਥ, ਉਹਨਾਂ ਦਾ ਵਡੇਪਾ ਵੀ ਵਿਅਰਥ। ਬਾਲ ਜਵਾਨੀ ਔਰ ਬਿਰਧ ਪੁਨ ਤੀਨ ਅਵਸਥਾ ਜਾਨ, ਇਹ 3 ਅਵਸਥਾ ਨੇ, ਪਰ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਵਿਰਥੀਆਂ ਚਲੀਆਂ ਗਈਆਂ।
ਭਗਤ ਕਬੀਰ ਸਾਹਿਬ ਜੀ ਕਹਿੰਦੇ, ਘੂੰਗਟ ਕਾਢ ਗਈ ਤੇਰੀ ਆਗੈ। ਹੇ ਜਿੰਦੇ, ਤੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕੁ ਜੀਵ ਆਤਮਾ ਜਿਨ੍ਹਾਂ ਨੇ ਪਰਦਾ ਕਰੀ ਰੱਖਿਆ ਵਾਹਿਗੁਰੂ ਵੱਲੋਂ, ਸਨਮੁਖ ਨਹੀਂ ਹੋਏ। ਆਪਾਂ ਵੀ ਗੁਰੂ ਤੋਂ ਘੁੰਡ ਕੱਢੀ ਬੈਠੇ ਹਾਂ, ਗੁਰੂ ਦੇ ਸਨਮੁਖ ਨਹੀਂ ਹੁੰਦੇ। ਗੁਰੂ ਦੇ ਸਨਮੁਖ ਹੋਣ ਦਾ ਭਾਵ ਕਿ ਗੁਰੂ ਦੇ ਸ਼ਬਦ ਦਾ ਅਭਿਆਸ ਕਰਨਾ। ਬਣਾਓ ਨੇਮ, ਅਜੇ ਵੀ ਸਮਾਂ ਹੈ ਗੁਰਮੁਖੋ। ਜੇ ਆਪਾਂ ਹੁਣ ਵੀ ਅਭਿਆਸ ਸ਼ੁਰੂ ਕਰ ਦਾਂਗੇ, ਬਹੁਤਾ ਨਹੀਂ ਕਰ ਸਕਦੇ। ਜੇਕਰ ਬਹੁਤਾ ਹੀ ਕੋਈ ਰੁਕਿਆ ਹੋਇਆ ਤੇ ਕਮ ਸੇ ਕਮ ਇੱਕ ਪਾਠ ਕੇ ਵੀ ਜਪਜੀ ਸਾਹਿਬ ਦਾ ਰੋਜ਼ ਕਰਨਾ। ਮੈਂ ਜੋ ਮਰਜ਼ੀ ਹੋਵੇ ਕਰਨਾ ਹੈ। ਤੁਹਾਨੂੰ ਆਪੇ ਹੀ ਆਉਣ ਵਾਲੇ ਸਮੇਂ ਪਤਾ ਲੱਗ ਜਾਏਗਾ ਵੀ ਹਾਂ ਜਪਜੀ ਸਾਹਿਬ ਦੇ ਪਾਠ ਕੀਤੇ ਹੋਏ ਦਾ ਕਿੰਨਾ ਲਾਭ ਹੈ। ਵਡੇਪੇ ਦੇ ਵਿੱਚ ਪਛਤਾਤਾਪ ਨਹੀਂ ਰਹੇਗਾ, ਰੋਣਾ ਨਹੀਂ ਹੱਥ ਆਵੇਗਾ। ਜੇਕਰ ਆਪਾਂ ਥੋੜ੍ਹਾ ਜਿੰਨਾ ਵੀ ਅਭਿਆਸ ਕਰਾਂਗੇ, ਅੱਜ ਤੋਂ ਹੀ ਸ਼ੁਰੂ ਕਰ ਦਈਏ ਥੋੜ੍ਹਾ ਜਿਹਾ ਅਭਿਆਸ। ਜਿੰਨਾ ਵੀ ਕੋਈ ਆਪਣਾ ਨੇਮ ਬਣਾ ਲਓ ਵੀ ਮੈਂ ਇੰਨਾ ਕੁ ਨੇਮ ਕਰਨਾ ਹੈ। ਜਿੰਨਾ ਕੋਈ ਜ਼ਿਆਦਾ ਨੇਮ ਕਰੇਗਾ, ਇੱਕ ਤਾਂ ਇਹ ਹੁੰਦਾ ਹੈ, ਆਪਾਂ ਅੱਜ ਵੇਖੋ ਸੰਸਾਰ ਦੇ ਵਿੱਚ ਇੱਕ ਬਿਮਾਰੀ ਸਾਰਿਆਂ ਨੂੰ ਲੱਗੀ ਹੈ। ਟੋਟਲ ਸੰਸਾਰ ਨੂੰ ਇੱਕ ਬਿਮਾਰੀ ਲੱਗੀ ਹੈ, ਉਹਨੂੰ ਗੁਰਬਾਣੀ ਵਿੱਚ ਆਖਿਆ ਗਿਆ ਚਿੰਤਾ। ਚਿੰਤਾ ਜਿਹੜੀ ਹੈ ਚਿਖਾ ਸਮਾਨ ਹੈ। ਜਿਵੇਂ ਚਿਖਾ ਦੇ ਵਿੱਚ ਮੁਰਦਾ ਸੜਦਾ ਹੈ ਨਾ, ਇਸੇ ਤਰ੍ਹਾਂ ਚਿੰਤਾ ਦੇ ਵਿੱਚ ਸਾਡਾ ਜੀਵਨ ਸੜਦਾ ਹੈ, ਖਤਮ ਹੁੰਦਾ ਹੈ। ਅਤੇ ਚਿੰਤਾ ਘਟੇਗੀ ਕਿਵੇਂ? ਜਿਹੜਾ ਬੰਦਾ ਕੰਮਕਾਰ ਲੱਗਾ ਉਹ ਚਿੰਤਾ ਵਿੱਚ ਘੱਟ ਜਾਂਦਾ ਹੈ। ਜਿਹੜਾ ਬੰਦਾ ਵਿਹਲਾ ਬੈਠਾ ਉਹਨੂੰ ਚਿੰਤਾ ਜ਼ਿਆਦਾ ਲੱਗਦੀ। ਕਿਉਂ? ਚਿੰਤਾ ਪੈਦਾ ਕਿੱਥੋਂ ਹੁੰਦੀ? ਫੁਰਨਿਆਂ ਤੋਂ, ਸੋਚਣ ਤੋਂ। ਜਦੋਂ ਆਪਾਂ ਸੋਚੀ ਜਾਵਾਂਗੇ ਉਹ ਫਿਰ ਚਿੰਤਾ ਦਾ ਰੋਗ ਬਣ ਜਾਂਦਾ ਹੈ। ਅਤੇ ਜਦੋਂ ਆਪਾਂ ਕੋਈ ਨਾ ਕੋਈ ਕੰਮ ਧੰਦੇ ਲੱਗੇ ਰਹਾਂਗੇ। ਪੁਰਾਣੇ ਲੋਕ ਕਿਉਂ ਚਿੰਤਾ ਤੋਂ ਮੁਕਤ ਸੀ? ਕਿਉਂਕਿ ਅੱਜ ਕੱਲ੍ਹ ਮੱਕੀ ਗੁੱਡਣੀ, ਹੋਰ ਕੰਮ ਇੱਦਾਂ ਸਾਰੇ ਹੱਥੀਂ ਕੰਮ ਕਰਨੇ। ਫਸਲਾਂ ਆਪ ਜਿਹੜਾ ਕਮ ਸੇ ਕਮ ਸਾਰਾ ਮਹੀਨਾ ਵਿਸਾਖ ਦਾ, ਅੱਧਾ ਜੇਠ ਵੀ ਲੰਘ ਜਾਂਦਾ ਸੀ ਕਣਕਾਂ ਸਾਂਭਦਿਆਂ, ਤੂੜੀਆਂ ਸਾਂਭਦਿਆਂ। ਫਿਰ ਸਾਰੇ ਕੰਮ ਹੱਥੀਂ ਕਰਨੇ, ਟਾਈਮ ਹੁੰਦਾ ਹੀ ਨਹੀਂ ਸੀ ਵਿਹਲੇ ਬੈਠਣ ਦਾ ਇੰਨਾ। ਅਤੇ ਚਿੰਤਾ ਲੱਗਣੀ ਕਿੱਥੋਂ ਹੈ? ਹੁਣ ਕੰਮ ਕੋਈ ਹੈ ਨਹੀਂ, ਰੋਟੀ ਖਾ ਲਈ ਫਿਰ ਆਲਸ ਪੈ ਗਈ, ਬਸ ਫਿਰ ਸੋਚੀ ਜਾਣਾ ਬੈਠਿਆਂ ਕੀ ਹੋ ਗਿਆ, ਕਿਵੇਂ ਹੋ ਗਿਆ। ਫਿਰ ਆਪਾਂ ਸੰਸਾਰ ਦੀ ਚਿੰਤਾ ਕਰਨ ਲੱਗ ਜਾਂਦੇ ਹਾਂ, ਉਹਦਾ ਕੀ ਬਣ ਗਿਆ। ਹੁਣ ਅੱਜ ਕੱਲ੍ਹ ਜਿਵੇਂ ਵੋਟਾਂ ਦਾ ਅੱਗੇ ਦੌਰ ਆਉਣ ਵਾਲਾ, ਸੋਚੇ ਉਹ ਪਾਰਟੀ ਕਿਹੜੀ ਜਿੱਤੇਗੀ। ਕਈ ਲੋਕ ਇਸੇ ਦੀ ਚਿੰਤਾ ਕਰੀ ਜਾਂਦੇ ਨੇ, ਮਿਲਣਾ ਕੁਝ ਵੀ ਨਹੀਂ ਉਹਦੇ ਵਿੱਚੋਂ। ਐਵੇਂ ਕਦੇ ਕਿਹਦੀ ਚਿੰਤਾ, ਕਦੇ ਕਿਸੇ ਪਾਸੇ। ਉਹਦੇ ਨਾਲੋਂ ਚੰਗਾ ਤੁਸੀਂ ਗੋਰੇ ਇਤਿਹਾਸ ਦੀਆਂ ਪੋਥੀਆਂ ਲਿਆਓ। ਸਿੱਖਾਂ ਦੇ ਘਰ ਵਿੱਚ ਤੁਸੀਂ ਜਾਓ, ਤੁਹਾਨੂੰ ਜਿਹੜੀਆਂ LED ਆਉਂਦੀਆਂ ਨੇ, ਇਹ ਵੀ ਮਹਿੰਗੀਆਂ ਤੋਂ ਮਹਿੰਗੀਆਂ, ਲੱਖ ਰੁਪਏ ਵਾਲੀਆਂ ਮਿਲ ਜਾਣਗੀਆਂ, ਉਦੋਂ ਵੀ ਜ਼ਿਆਦਾ ਮਹਿੰਗੀਆਂ ਮਿਲ ਜਾਣਗੀਆਂ। ਮੋਬਾਇਲ ਵੀ ਮਹਿੰਗੇ ਤੋਂ ਮਹਿੰਗੇ ਮਿਲ ਜਾਣਗੇ। ਪਰ ਕਿਸੇ ਘਰ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ ਨਹੀਂ ਮਿਲੇਗੀ। ਪੜ੍ਹੋ ਕਦੇ ਉਹਨੂੰ, ਬੜਾ ਰਸ ਆਉਂਦਾ ਹੈ, ਭਗਤੀ ਵਾਲੇ ਪਾਸੇ ਮਨ ਜਾਂਦਾ ਹੈ। 4 ਜਨਮ ਸਾਖੀਆਂ ਨੇ ਅਤੇ ਸਾਡੇ ਘਰ ਵਿੱਚ ਤਾਂ ਇੱਕ ਵੀ ਨਹੀਂ ਹੈ। ਭਾਈ ਬਾਲੇ ਜੀ ਵਾਲੀ ਹੈ, ਪੁਰਾਤਨ ਜਨਮ ਸਾਖੀ ਹੈ। ਅਤੇ ਇਸੇ ਤਰ੍ਹਾਂ ਮਿਹਰਬਾਨ ਵਾਲੀ ਸਾਖੀ ਹੈ। ਫਿਰ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ, ਗੁਰੂ ਨਾਨਕ ਦੇਵ ਜੀ ਦੀਆਂ ਇਹ ਜਨਮ ਸਾਖੀਆਂ 4 ਰੂਪਾਂ 'ਚ ਮਿਲਦੀਆਂ ਨੇ। ਆਪਾਂ ਸਾਰੇ ਬੈਠੇ ਹਾਂ ਵੀ ਆਪਾਂ ਨਿਗਾਹ ਮਾਰੀ, ਸਾਡੇ ਘਰ ਵਿੱਚ ਇੱਕ ਵੀ ਹੈਗੀ ਇਹਨਾਂ ਵਿੱਚੋਂ। ਕੋਈ ਇਤਿਹਾਸ ਦਾ, ਕੋਈ ਪੰਥ ਪ੍ਰਕਾਸ਼, ਮਹਿਮਾ ਪ੍ਰਕਾਸ਼ ਕੋਈ ਗ੍ਰੰਥ ਹੈ? ਜਾਂ ਜਿਹੜਾ ਵੈਸੇ ਰਾਈਟਰਾਂ ਨੇ ਇਤਿਹਾਸ ਲਿਖਿਆ, ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ ਹੈ, ਸਤਵੀਰ ਸਿੰਘ ਪ੍ਰਿੰਸੀਪਲ ਉਹਨਾਂ ਨੇ ਲਿਖਿਆ ਹੈ, ਹੋਰ ਵੀ ਕਈ ਰਾਈਟਰਾਂ ਨੇ ਲਿਖਿਆ ਹੈ। ਤੋ ਸਾਡੇ ਘਰ ਵਿੱਚ ਇਹ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹਨ। ਵੇਖੋ ਜਿਹੜੀਆਂ ਦੁਨਿਆਵੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਮਹਿੰਗੀਆਂ ਤੋਂ ਮਹਿੰਗੀਆਂ, ਤੁਸੀਂ ਫੋਨ, ਗੱਡੀ ਜੋ ਵੀ ਲਿਆਉਣਾ ਮਹਿੰਗੇ ਤੋਂ ਮਹਿੰਗਾ ਲਿਆਓ। ਪਰ ਆਪਣੇ ਘਰ ਵਿੱਚ ਸਾਡਾ ਜੀਵਨ ਦਾ ਜਿਹੜਾ ਅਸਲ ਖਜ਼ਾਨਾ ਉਹਨਾਂ ਵਿੱਚ ਹੈ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹਾਂਗੇ ਫਿਰ ਸਾਡਾ ਬਾਣੀ ਵਾਲੇ ਪਾਸੇ ਮਨ ਆਵੇਗਾ। ਇਤਿਹਾਸ ਉਹੀ ਚੀਜ਼ ਹੈ ਜੋ ਬਾਣੀ ਕਿਸੇ ਨੇ ਕਮਾਈ ਸੀ ਨਾ, ਉਹ ਇਤਿਹਾਸ ਬਣਦਾ ਗਿਆ। ਜੋ ਬਾਣੀ, ਜਿਵੇਂ ਬਾਣੀ ਦੇ ਵਿੱਚ ਜਿਹੜੀ ਅਵਸਥਾ ਲਿਖੀ ਹੈ,
ਜਿਵੇਂ ਬਾਣੀ ਵਿੱਚ ਬਚਨ ਆਉਂਦੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਈਂ ਮੀਆਂ ਮੀਰ ਜੀ ਨੇ ਆਖਿਆ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਮਹਾਰਾਜ ਇਹ ਬਚਨ ਪ੍ਰੈਕਟੀਕਲ ਨੇ ਕਿ ਵੈਸੇ ਲਿਖੇ ਗਏ ਨੇ, ਅਤੇ ਜਦੋਂ ਮਹਾਰਾਜ ਤੱਤੀ ਤਵੀ 'ਤੇ ਬੈਠੇ ਫਿਰ ਦਿਖਾਇਆ ਉਹਨੂੰ ਵੀ ਇਹ ਪ੍ਰੈਕਟੀਕਲ ਹੈ, ਇਤਿਹਾਸ। ਉਹਨੂੰ ਪ੍ਰੈਕਟੀਕਲ ਜੋ ਬਾਣੀ ਕਮਾਈ ਗਈ ਉਹ ਸਾਡਾ ਇਤਿਹਾਸ ਬਣ ਜਾਂਦਾ ਹੈ। ਸਾਰਾ ਇਤਿਹਾਸ ਜੋ ਵੀ ਤਨ ਮਨ ਕਾਟ ਕਾਟ ਸਭ ਅਰਪੀ। ਫਿਰ ਇਹ ਸਿੱਖਾਂ ਦੇ ਪ੍ਰਸੰਗ ਪੜ੍ਹੋ ਤੁਸੀਂ, ਜਿਵੇਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਉਹਦੇ ਵਿੱਚ ਦੇਖੋ ਕਿੰਨੇ ਸਿੰਘ ਸ਼ਹੀਦ ਹੋਏ, ਉਹਨਾਂ ਨੂੰ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ, ਵੱਢਿਆ ਗਿਆ, ਕਈ ਤਰ੍ਹਾਂ ਕਰਕੇ ਸ਼ਹੀਦ ਕੀਤਾ ਗਿਆ, ਪਰ ਉਹ ਹਟੇ ਨਹੀਂ। ਰੇਲ ਗੱਡੀ ਦੇ ਅੱਗੇ ਲੰਮਾ ਪੈ ਗਏ ਵੀ ਜਿਹੜੇ ਸਿੱਖ ਕੈਦੀ ਜਾ ਰਹੇ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ, ਮੌਤ ਨੂੰ ਗੱਲ ਲਾਉਣਾ ਕੋਈ ਸੌਖੀ ਗੱਲ ਪਈ ਹੈ। ਪਰ ਦੇਖੋ ਗੁਰਬਾਣੀ ਉਹਨਾਂ ਨੇ ਕਮਾਈ ਹੈ। ਗੁਰਬਾਣੀ ਇਤਿਹਾਸ ਪੜ੍ਹਾਂਗੇ, ਸਾਡੇ ਅੰਦਰ ਵੀ ਫਿਰ ਗੁਰਬਾਣੀ ਨੂੰ ਪੜ੍ਹਨ ਦਾ, ਨਾਮ ਜਪਣ ਦਾ ਉਹ ਜਜ਼ਬਾ ਆਵੇਗਾ। ਇਤਿਹਾਸ ਆਪਾਂ ਪੜ੍ਹਦੇ ਨਹੀਂ, ਬਾਣੀ ਵਾਲੇ ਪਾਸੇ ਸਾਡੀ ਰੁਚੀ ਨਾ ਹੋਣ ਦਾ ਕਾਰਨ ਇਹ ਵੀ ਹੈ, ਕਿਉਂਕਿ ਆਪਾਂ ਇਤਿਹਾਸ ਨਹੀਂ ਪੜ੍ਹਦੇ, ਆਪਾਂ ਸਿੱਧਾ ਬਾਣੀ ਵਾਲੇ ਪਾਸੇ ਆ ਗਏ। ਸਿੱਧਾ ਬਾਣੀ ਵਾਲੇ ਪਾਸੇ ਆ ਕੇ ਪਹਿਲੀ ਕਲਾਸ ਪੜ੍ਹੀ ਨਹੀਂ। ਪਹਿਲੀ ਸ਼ੁਰੂ ਵਿੱਚ ਮੁਹਾਰਣੀ, ਊੜਾ ਐੜਾ ਇਤਿਆਦਿਕ 35 ਅੱਖਰੀ ਉਹ ਪੜ੍ਹਾਂਗੇ, ਵੱਡੀਆਂ ਕਿਤਾਬਾਂ ਫੇਰ ਹੀ ਪੜ੍ਹ ਸਕਾਂਗੇ ਨਾ। ਉਹ ਆਪਾਂ ਪੜ੍ਹਦੇ ਨਹੀਂ। ਇਤਿਹਾਸ ਸਾਨੂੰ ਪਹਿਲਾਂ ਜ਼ਰੂਰ ਪੜ੍ਹਨਾ ਚਾਹੀਦਾ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਹਰ ਇੱਕ ਸਿੱਖ ਦੇ ਘਰ ਵਿੱਚ ਹੋਣੀ ਚਾਹੀਦੀ ਹੈ। ਹੋਰ ਵੀ ਜਿਹੜੇ ਕੋਰੇ ਇਤਿਹਾਸ ਦੇ ਸਰੋਤ ਨੇ, ਜਦੋਂ ਆਪਾਂ ਪੜ੍ਹਾਂਗੇ ਸਾਡਾ ਵੀ ਮਨ ਭਗਤੀ ਵਾਲੇ ਪਾਸੇ ਆਵੇਗਾ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਪਤਾ ਨਹੀਂ ਕਿੰਨੀ ਕੁ ਦੁਨੀਆ ਚਲੀ ਗਈ ਇੱਥੋਂ, ਜਿਨ੍ਹਾਂ ਨੇ ਵਾਹਿਗੁਰੂ ਵੱਲੋਂ ਘੋਂਡੀ ਕੱਢਿਆ ਰੱਖਿਆ, ਪਰਦਾ ਹੀ ਕਰਿਆ ਰੱਖਿਆ। ਹੁਣ ਕੀ ਗੈਲ ਤੋਏ ਜਿਨ ਲਾਗੈ, ਉਹਨਾਂ ਦੀ ਗੈਲ ਤੂੰ ਚੱਲ ਰਹੀ ਹੈ। ਭਾਵ ਤੂੰ ਵੀ ਵਾਹਿਗੁਰੂ ਵੱਲੋਂ ਘੁੰਡ ਕੱਢਿਆ, ਤੇਰੇ ਕੋਲ ਵੀ ਸਮਾਂ ਨਹੀਂ ਹੈ ਬਾਣੀ ਪੜ੍ਹਨ ਦਾ, ਸਨਮੁਖ ਹੋ ਕੇ ਬੈਠਣ ਦਾ ਗੁਰੂ ਦੇ। ਜਦੋਂ ਆਪਾਂ ਭਾਵਨਾ ਨਾਲ ਬਾਣੀ ਨੂੰ ਪੜ੍ਹਦੇ ਹਾਂ, ਗੁਰੂ ਦੇ ਸਨਮੁਖ ਹੋ ਕੇ ਬੈਠੇ ਹੁੰਦੇ ਹਾਂ। ਇਹ ਇਤਿਹਾਸ ਵਿੱਚੋਂ ਪਤਾ ਲੱਗੇਗਾ। ਜਦੋਂ ਕੋਈ ਸਿੱਖ ਸ਼ਬਦ ਪੜ੍ਹਦਾ ਹੁੰਦਾ ਨਾ, ਉਹ ਇਹ ਨਾ ਸੋਚੇ ਮੈਂ ਇਕੱਲਾ ਬੈਠਾ ਹਾਂ, ਗੁਰੂ ਸਾਡੇ ਸਨਮੁਖ ਆ ਕੇ ਬਹਿ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਭਾਵੇਂ ਆਪਣੇ ਘਰ ਵਿੱਚ ਬਹਿ ਕੇ ਪੜ੍ਹਦੇ ਹਾਂ, ਜਿੱਥੇ ਮਰਜ਼ੀ ਪੜ੍ਹਦੇ ਹਾਂ, ਉਦੋਂ ਗੁਰੂ ਤੁਹਾਡੇ ਸਨਮੁਖ ਆ ਜਾਂਦਾ ਬਿਲਕੁਲ। ਜਿੱਥੇ ਸ਼ਬਦ ਚੱਲ ਰਿਹਾ ਹੋਵੇ ਉੱਥੇ ਗੁਰੂ ਪ੍ਰਗਟ ਹੋ ਜਾਂਦਾ ਹੈ, ਉੱਥੇ ਗੁਰੂ ਨਾਨਕ ਪ੍ਰਗਟ ਹੋ ਜਾਂਦਾ ਹੈ, ਉੱਥੇ ਗੁਰੂ ਗੋਬਿੰਦ ਸਿੰਘ ਪ੍ਰਗਟ ਹੋ ਜਾਂਦਾ ਹੈ। ਕਿਉਂ? ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਪ੍ਰਤੱਖ ਹੈ, ਕੋਈ ਭਾਵਨਾ ਨਾਲ ਕਮਾ ਕੇ ਵੇਖੇ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ, ਘੂੰਗੜ ਕਾਢੇ ਕੀ ਇਹ ਵਡਾਈ, ਦਿਨ 10 5 ਬਹੂ ਭਲੇ ਆਈ। ਹਾਂ, ਜਿਹੜਾ ਘੁੰਡ ਕਿਸ ਨਵੀਂ ਬਹੂ ਆਉਂਦੀ, ਘੁੰਡ ਕੱਢਿਆ, ਲੋਕ ਕੀ ਕਹਿੰਦੇ ਨੇ ਵੀ ਭਲੀ ਬਹੂ ਆਈ, ਬੜੀ ਸ਼ਰਮ ਕਰਦੀ ਹੈ, ਬੜੀ ਲੱਜਾ ਕਰਦੀ ਹੈ, ਅਤੇ ਲੋਕ ਥੋੜ੍ਹੀ ਉਹਦੀ ਉਪਮਾ ਕਰਦੇ ਨੇ। ਪਰ ਬਾਅਦ ਵਿੱਚ ਉਹ ਉੱਥੇ ਹੀ ਫਿਰਦੀ ਹੈ, ਕੋਈ ਉਹਦਾ ਨਾਂ ਨਹੀਂ ਲੈਂਦਾ। 10 ਕੁ ਦਿਨ, ਮਹੀਨਾ 2 ਮਹੀਨੇ ਨਵੀਂ ਬਹੂ ਨੂੰ ਵੇਖਣ ਦਾ ਗਲੀ ਮੁਹੱਲੇ ਵਾਲਿਆਂ ਦਾ, ਪਿੰਡ ਵਾਲਿਆਂ ਦਾ, ਨਗਰ ਵਾਲਿਆਂ ਦਾ ਸ਼ੌਂਕ ਹੁੰਦਾ ਵੀ ਇਹ ਨਵੀਂ ਬਹੂ ਆਈ, ਅਸੀਂ ਵੇਖੀਏ ਇਹਦਾ ਮੁੱਖ, ਉਹਦੀ ਸ਼ੋਭਾ ਕਰਦੇ ਨੇ। ਪਰ 2-4 ਮਹੀਨਿਆਂ ਬਾਅਦ ਜਦੋਂ ਆਮ ਫਿਰਦੀ, ਫਿਰ ਉਹਨੂੰ ਕੋਈ ਨਹੀਂ ਪਛਾਣਦਾ, ਫਿਰ ਪਤਾ ਹੁੰਦਾ ਵੀ ਇੱਥੇ ਹੀ ਰਹਿੰਦੀ ਹੈ। ਇਹਦਾ ਭਾਵ ਕੀ ਹੈ ਕਿ ਆਪਾਂ ਜਿਹੜੇ ਸੰਸਾਰ ਦੇ ਕੰਮ ਧੰਦੇ ਕਰਦੇ ਹਾਂ ਅਤੇ ਦੁਨੀਆ ਵਾਲੇ ਸਾਡੀ ਸ਼ੋਭਾ ਕਰਦੇ ਨੇ। ਵਾਹ ਵੀ ਵਾਹ, ਫਲਾਣੇ ਨੇ ਬੜੀ ਪੜ੍ਹਾਈ ਕੀਤੀ, ਬੜਾ ਵੱਡਾ ਅਫਸਰ ਬਣ ਗਿਆ, ਬੜਾ ਧਨ ਕਮਾ ਲਿਆ, ਬੜੀ ਕੋਠੀ ਬਣਾ ਲਈ, ਬੜਾ ਕੁਝ ਬਣਾ ਲਿਆ, ਮੁੜ ਕੇ ਨਹੀਂ ਕੋਈ ਜਾਣਦਾ ਇੱਥੇ। ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਾਈ ਇਸੇ ਤਰ੍ਹਾਂ ਇਹ ਦੁਨੀਆ ਦੀ ਵਾਹ ਇੱਥੇ, ਇਹਦਾ ਭਾਵ ਇਹ ਦੁਨੀਆ ਦੀ ਸ਼ੋਭਾ ਇਹ 4 ਦਿਨ ਦੀ ਹੈ, ਜਿਹਦੇ ਪਿੱਛੇ ਤੂੰ ਆਪਣਾ ਜੀਵਨ ਬਰਬਾਦ ਕਰ ਰਿਹਾ। ਇਹ ਦੁਨੀਆ ਤੇਰੀ ਸ਼ੋਭਾ ਕਰ ਰਹੀ ਹੈ, 4 ਦਿਨ ਦੀ ਹੈ। ਮੁੜ ਕੇ ਤੈਨੂੰ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਘੂੰਗੜ ਤੇਰੋ ਤੋ ਪਰ ਸਾਚੈ, ਹਰ ਗੁਣ ਗਾਏ ਕੁਦੈ ਅਰ ਨਾਚੈ। ਘੂੰਗੜ ਤੇਰੋ ਤੋ ਪਰ ਸਾਚੈ। ਹਾਂ,
ਜੇ ਘੂੰਗੜ ਕੱਢਣਾ ਹੈ ਤਾਂ ਇਹ ਕੱਢ ਕੇ ਮਾੜੇ ਕੰਮਾਂ ਵੱਲੋਂ ਸ਼ਰਮ ਕਰ। ਇਹ ਸ਼ਰਮ, ਇਹ ਘੁੰਡ ਕੱਢ ਲੈ, ਮਾੜੇ ਕਰਮਾਂ ਵੱਲ ਪਿੱਠ ਕਰ ਦੇ ਔਰ ਵਾਹਿਗੁਰੂ ਪਰਮਾਤਮਾ ਵਾਲੇ ਪਾਸੇ ਮੁੱਖ ਕਰ ਲੈ। ਬੰਦਗੀ ਕਰ, ਹਰ ਗੁਣ ਗਾਏ ਕੁਦੈ ਅਰ ਨਾਚੈ। ਜਿਵੇਂ ਕੋਈ ਬੀਬੀ ਨੱਚਣ ਲੱਗਦੀ ਫਿਰ ਘੁੰਡ ਨਹੀਂ ਕੱਢਿਆ ਜਾਂਦਾ ਜਦੋਂ ਨੱਚਣਾ ਹੋਵੇ, ਇਸੇ ਤਰ੍ਹਾਂ ਜਦੋਂ ਕੋਈ ਰੱਬ ਦੀ ਭਗਤੀ ਕਰਨ ਲੱਗ ਜਾਂਦਾ ਫਿਰ ਉਹ ਦੁਨੀਆ ਵਾਲੇ ਪਾਸੇ ਦੀ ਲੱਜਾ ਦੀ ਪਰਵਾਹ ਨਹੀਂ ਕਰਦਾ ਵੀ ਦੁਨੀਆ ਕੀ ਆਖੇਗੀ। ਹੁਣ ਤਾਂ ਆਪਾਂ ਅੰਮ੍ਰਿਤ ਵੀ ਤਾਂ ਨਹੀਂ ਸਕਦੇ ਵੀ ਦੁਨੀਆ ਜੇ ਲੋਕਾਂ ਰਿਸ਼ਤੇਦਾਰਾਂ ਵਿੱਚ ਜਾਣਾ ਉਹ ਕੀ ਆਖਣਗੇ ਵੀ ਤੂੰ ਗਿਆਨੀ ਬਣ ਗਿਆ ਹੈ, ਤੂੰ ਕੋਈ ਗੁਰਦੁਆਰਾ ਸੰਭਾਲਣਾ ਹੈ ਜਾ ਕੇ ਜਿਹੜਾ ਤੂੰ ਕਿਰਪਾਨ ਪਾ ਲਈ ਹੈ। ਆਪਾਂ ਸ਼ਰਮ ਕਰਦੇ ਹਾਂ, ਪਰ ਜਦੋਂ ਵਾਕਿਆ ਹੀ ਕੋਈ ਰੱਬ ਨਾਲ ਜੁੜ ਜਾਂਦਾ ਹੈ ਫਿਰ ਉਹ ਦੁਨੀਆ ਦੀ ਪਰਵਾਹ ਨਹੀਂ ਕਰਦਾ। ਕਹਿਤ ਕਬੀਰ ਬਹੁ ਤਵ ਜੀਤੈ, ਹਰ ਗੁਣ ਗਾਵਤ ਜਨਮ ਬਤੀਤੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹੀ ਵਹੁਟੀ ਸਫਲ ਹੁੰਦੀ ਹੈ ਜਿਹਦੇ ਕੋਲ ਸ਼ੁਭ ਗੁਣ ਹੋਣ, ਨਾ ਕਿ ਘੁੰਡ ਕੱਢਣ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਕੋਈ ਸ਼ੋਭਾ ਹੁੰਦੀ। ਉਸੇ ਬਹੂ ਦੀ ਨਗਰ ਵਿੱਚ ਸ਼ੋਭਾ ਹੁੰਦੀ ਜਿਹਦੇ ਕੋਲ ਸ਼ੁਭ ਗੁਣ ਹੋਣ। ਉਹ ਆਪਣੇ ਸ਼ੁਭ ਗੁਣਾਂ ਨਾਲ ਸਾਰੇ ਨਗਰ ਨੂੰ ਸਵਾਰ ਦਿੰਦੀ ਹੈ ਅਤੇ ਲੋਕ ਕਹਿੰਦੇ ਵੀ ਉਹ ਫਲਾਣੇ ਦੀ ਬਹੂ ਬੜੀ ਚੰਗੀ ਹੈ, ਕਿਉਂ ਜੀ ਉਹਨੇ ਇਹ ਭਲੇ ਦਾ ਕੰਮ ਕੀਤਾ, ਉਹਨੇ ਇਹ ਭਲੇ ਦਾ ਕੰਮ ਕੀਤਾ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਭਗਤ ਕਬੀਰ ਸਾਹਿਬ ਕਹਿੰਦੇ ਉਹ ਜਿੱਤ ਜਾਂਦਾ ਹੈ। ਕਹਿਤ ਕਬੀਰ ਬਹੁ ਤਬ ਜੀਤੈ, ਹਰ ਗੁਣ ਗਾਵਤ ਜਨਮ ਬਤੀਤੈ। ਵਾਹਿਗੁਰੂ ਦੇ ਗੁਣ ਗਾਉਂਦਿਆਂ ਜਿਹਦਾ ਜਨਮ ਬਤੀਤ ਹੋਇਆ ਉਹ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਗਏ। ਸੋ ਸਤਿਗੁਰੂ ਮਹਿਰਾਮਤ ਕਰਨ, ਗੁਰਬਾਣੀ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ, ਗੁਰੂ ਦੀ ਬਾਣੀ ਦੇ ਨਾਲ ਜੁੜੀਏ, ਪ੍ਰੇਮ ਭਾਵ ਦੇ ਨਾਲ ਜਿੰਨਾ ਵੀ ਹੋ ਸਕਦਾ ਹੈ ਆਪਣਾ ਨੇਮ ਕੋਈ ਬਣਾਈਏ, ਕਿਉਂਕਿ ਮਰਿਆਦਾ ਨੇਮ ਇਹ ਬਹੁਤ ਜ਼ਰੂਰੀ ਹੈ। ਜਿਵੇਂ ਬੱਚਾ ਸਕੂਲ ਦੇ ਵਿੱਚ ਜਾਂਦਾ ਨਾ, ਸ਼ੁਰੂਆਤ ਵਿੱਚ ਉਹ ਮਰਿਆਦਾ ਹੁੰਦੀ, ਉਹਦਾ ਨੇਮ ਹੁੰਦਾ ਹੈ। ਹਾਂ, ਜਦੋਂ ਬੱਚਾ ਯੂਨੀਵਰਸਿਟੀ ਦਾ ਵਿਦਿਆਰਥੀ ਬਣ ਜਾਵੇ ਫਿਰ ਬਹੁਤੇ ਨੇਮ ਜਾਂ ਮਰਿਆਦਾ ਦੀ ਲੋੜ ਨਹੀਂ ਰਹਿੰਦੀ, ਪਰ ਉਹਦਾ ਵੀ ਇੱਕ ਆਪਣਾ ਵੱਖਰਾ ਨੇਮ, ਆਪਣੀ ਮਰਿਆਦਾ ਹੁੰਦੀ ਹੈ। ਤੋ ਸਾਨੂੰ ਇਹ ਚਾਹੀਦਾ ਹੈ ਗੁਰੂ ਦੀ ਮੱਤ ਲੈ ਕੇ ਚੱਲੀਏ ਤਾਂ ਜੋ ਸਾਡਾ ਇਹ ਜੀਵਨ ਸਫਲ ਹੋਵੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।